ਮੈਂਬਰ ਬਾਰ-ਬਾਰ ਇਹ ਕਹਿ ਰਿਹਾ ਜਦ ਦੇ ਪਿੱਛੇ ਕੁਝ ਇਦਾਂ ਦੇ ਹਾਦਸੇ ਹੋਏ ਆ, ਕੁਝ ਇਦਾਂ ਦੀਆਂ ਅਨਹੋਨੀਆਂ ਹੋ ਗਈਆਂ ਐਸੋਸੀਏਸ਼ਨ 'ਚ ਕਿ ਯੂਨਾਈਟਿਡ ਤਾਂ ਅਸੀਂ ਰਹੇ ਨਹੀਂ, ਫਿਰ ਵੀ ਗਰੁੱਪ ਵੀ ਜਿਹੜੇ ਖੜੇ ਕੀਤੇ ਯੂਨਾਈਟਿਡ ਚਾਹੇ ਤੁਸੀਂ ਹੋ ਚਾਹੇ ਆਪੋਜੀਸ਼ਨ ਹੈ, ਯੂਨਾਈਟਿਡ ਕਿਉਂ? ਦੇਖੋ ਸੁਨੀਲ ਜੀ, ਜਦੋਂ ਕਿਸੇ ਚੀਜ਼ ਦੇ ਵਿੱਚ ਪੋਲਿਟਿਕਸ ਆ ਜਾਂਦੀ ਹੈ ਜੀ ਪੋਲੀਟੀਕਲ ਸਿਸਟਮ ਆ ਜਾਂਦਾ ਹੈ ਜਾਂ ਪੋਲੀਟੀਕਲ ਪਾਰਟੀਆਂ ਕੰਮ ਕਰਨ ਲੱਗ ਪੈਂਦੀਆਂ ਨੇ ਤਾਂ ਫਿਰ ਉੱਥੇ ਯੂਨਿਟੀ ਖਤਮ ਹੋ ਜਾਂਦੀ ਹੈ। ਅਨਯੂਨਾਈਟਿਡ ਹੋਣ ਦੇ ਵਿੱਚ ਸਾਰੀ ਸਿਸਟਮ ਦੀ ਜਿਹੜੀ ਪ੍ਰੋਬਲਮ ਹੈ ਇਹ ਸਾਡੇ ਜਿਹੜੇ ਤੇ ਪੋਲਿਟਿਕਸ ਵੱਧ ਗਈ ਹੈ ਉਸ ਕਰਕੇ ਹੋਇਆ ਜੀ। ਤੁਸੀਂ ਇਸ ਵਾਰੀ ਸੈਕਟਰੀ ਰਹੇ ਤੇ ਹੁਣ ਤੁਸੀਂ ਜਨਰਲ ਸੈਕਟਰੀ ਦੀ ਪੋਸਟ ਲਈ ਕੰਟੈਸਟ ਕਰ ਰਹੇ ਹੋ। ਸੈਕਟਰੀ ਦੀ ਪੋਸਟ ਤੇ ਤੁਸੀਂ ਸੈਟੀਸਫਾਈਡ ਨਹੀਂ ਸੀ ਜਿਹੜਾ ਜਨਰਲ ਸੈਕਟਰੀ ਤੇ ਆ ਗਏ? ਇਸ ਟਾਈਮ ਮੇਰੀ ਟੀਮ ਨੂੰ, ਮੇਰੀ ਪਾਰਟੀ ਨੂੰ ਡਿਮਾਂਡ ਸੀ, ਉਹਨਾਂ ਦੀ ਰਿਕੁਆਇਰਮੈਂਟ ਸੀ ਬਈ ਤੁਸੀਂ ਇਹ ਜਨਰਲ ਸੈਕਟਰੀ ਦੀ ਪੋਸਟ ਤੇ ਆ ਕੇ ਔਰ ਜਿਹੜਾ ਮੇਰਾ ਉਹਨਾਂ ਨੂੰ ਜੋ ਮੈਨੂੰ ਚੰਗਾ ਲੱਗਿਆ ਉਹਨਾਂ ਨੇ ਮੈਨੂੰ ਇਸ ਚੀਜ਼ ਦਾ ਆਦੇਸ਼ ਦਿੱਤਾ ਹੈ ਵੀ ਤੁਸੀਂ ਐਤਕੀ ਜਨਰਲ ਸੈਕਟਰੀ ਲਈ ਪਲੀਜ਼ ਕੰਟੈਸਟ ਹੋ। ਕੀ ਦੱਸਿਆ ਇਹ ਗਿਆ ਕਿ ਸ਼ਾਇਦ ਤੁਸੀਂ ਫੌਜੀ ਹੋ, ਤੁਸੀਂ ਫੌਜੀ ਵੀ ਹੋ, ਤੁਸੀਂ ਐਕਸਪੋਰਟਰ ਵੀ ਹੋ, ਉਸ ਤੋਂ ਬਾਅਦ ਹੁਣ ਤੁਸੀਂ ਐਸੋਸੀਏਸ਼ਨ 'ਚ ਸਰ ਹਰ ਜਗ੍ਹਾ ਤੇ ਲੱਕੀ ਜੀ ਜਿਹਨੂੰ ਆਪਾਂ ਏਸ਼ੀਆ ਦੀ ਲਾਰਜੈਸਟ ਸਿੰਗਲ ਬੋਡੀ ਐਸੋਸੀਏਸ਼ਨ ਕਹਿੰਦੇ ਆ, ਮੈਂ ਸੇਵਾ ਕਰਨਾ ਚਾਹੁੰਦਾ ਤਾਂ ਮੇਰੇ ਖਿਆਲ ਇਹਦੇ ਵਿੱਚ ਕੋਈ ਵੀ ਮੈਂ ਗੁਨਾਹ ਜਾਂ ਖਰਾਬੀ ਨਹੀਂ ਕਰ ਰਿਹਾ। जन हितैषी जन जन की बात। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं तो जिद्दां कि तुहानूं बार-बार असीं मुद्दा दस रहे हैं कि यूनाइटेड साइकिल पार्ट दे इलैक्शन, क्योंकि यूनाइटेड साइकिल पार्ट से इलैक्शन है और 16 कैंडीडेट है और असीं इस बारी कोशिश कर रहे हैं कि हर कैंडीडेट का विजन और ਉਹਦੀ मंशा जरूर जानिए और मैंबरां तक जरूर पहुँचाइए कि वो किस मंशा दे नाल और ਉਹਦੀ एक जवाबदेही तलब होवे कि वो मैंबरां ਦੇ ਜਿਹੜੇ ਨਜ਼ਰੀਏ ਤੇ ਖਰਾ ਉਤਰਦਾ ਹੈ ਕਿ ਨਹੀਂ ਉਤਰਦਾ ਔਰ ਜੇ ਮੈਂਬਰ ਉਹਨਾਂ ਨੂੰ ਚੁਣਦੇ ਤਾਂ ਉਹਦੀ ਇੱਕ ਜਵਾਬਦੇਹੀ ਫਿਕਸ ਹੋਣੀ ਚਾਹੀਦੀ ਹੈ। ਸੋ ਅਸੀਂ ਅੱਜ ਤੁਹਾਡੇ ਨਾਲ ਇੱਕ ਵਾਰੀ ਫਿਰ ਰੂਬਰੂ ਕਰਾ ਰਹੇ ਹਾਂ ਯੂਨਾਈਟਿਡ ਫਰੰਟ ਦੇ ਜਿਹੜੇ ਗਰੁੱਪ ਦੇ ਜਿਹੜੇ ਹੈਗੇ ਜਨਰਲ ਸੈਕਟਰੀ ਪੋਸਟ ਲਈ ਸਾਡੇ ਜਿਹੜੇ ਹੈਗੇ ਹਰਸਿਮਰਜੀਤ ਸਿੰਘ ਲੱਕੀ ਜੀ। ਸੋ ਹਰਸਿਮਰਜੀਤ ਸਿੰਘ ਲੱਕੀ ਜੀ ਜਿਹੜੇ ਕਿ ਕਰੰਟਲੀ ਇਸ ਟਾਈਮ ਸੈਕਟਰੀ ਪੋਸਟ ਤੇ ਵੀ ਹੈਗੇ, ਸੋ ਹੁਣ ਇਹ ਜਨਰਲ ਸੈਕਟਰੀ ਦੀ ਪੋਸਟ ਲਈ ਕੰਟੈਸਟ ਕਰ ਰਹੇ ਹੈ। ਸੋ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਪਹਿਲਾਂ ਤਾਂ ਮੇਰੀ ਸ਼ਬਦਾਵਲੀ ਹੈ ਪਰ ਕਿਤੇ ਨਾ ਕਿਤੇ ਇਹ ਵਾਕਿਆ ਜਿਹੜੇ ਹੈਗੇ ਆ ਉਹ ਮੈਂਬਰਾਂ ਦੇ ਕੁਐਸਚਨ ਹੈ। ਮੈਂਬਰ ਬਾਰ-ਬਾਰ ਇਹ ਕਹਿ ਰਿਹਾ ਜਦ ਦੇ ਪਿੱਛੇ ਕੁਝ ਇਦਾਂ ਦੇ ਹਾਦਸੇ ਹੋਏ ਆ, ਕੁਝ ਇਦਾਂ ਦੀਆਂ ਅਨਹੋਨੀਆਂ ਹੋ ਗਈਆਂ ਐਸੋਸੀਏਸ਼ਨ 'ਚ ਕਿ ਯੂਨਾਈਟਿਡ ਤਾਂ ਅਸੀਂ ਰਹੇ ਨਹੀਂ, ਫਿਰ ਵੀ ਗਰੁੱਪ ਵੀ ਜਿਹੜੇ ਖੜੇ ਕੀਤੇ ਯੂਨਾਈਟਿਡ ਚਾਹੇ ਤੁਸੀਂ ਹੋ ਚਾਹੇ ਆਪੋਜੀਸ਼ਨ ਹੈ, ਯੂਨਾਈਟਿਡ ਕਿਉਂ? ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੰਦੀਪ ਜੀ ਬੜੀ ਇੰਪੋਰਟੈਂਟ ਗੱਲ ਇਹ ਹੈ ਵੀ ਤੁਸੀਂ ਬਹੁਤ ਵਧੀਆ ਗੱਲ ਪੁੱਛੀ ਹੈ ਵੀ ਯੂਨਾਈਟਿਡ ਸਾਈਕਲ ਪਾਰਟਸ ਦੇ ਹੋਣ ਦੇ ਨਾਮ ਦੇ ਬਾਵਜੂਦ ਵੀ ਅਸੀਂ ਯੂਨਾਈਟਿਡ ਨਹੀਂ ਰਹੇ, ਇਹ ਅਨਯੂਨਾਈਟਿਡ ਕਿਉਂ ਹੋ ਗਏ? ਬੜਾ ਸਿੰਪਲ ਜਿਹਾ ਸਿੱਧਾ ਜਵਾਬ ਦੇਵਾਂਗਾ ਜੀ। ਮੈਂ ਕਦੀ ਵੀ ਗੱਲ ਗੋਲ ਜਾਂ ਘੁਮਾ ਕੇ ਨਹੀਂ ਕਰਦਾ। ਬੀਇੰਗ ਮੇਰੀ ਸੁਭਾਅ, ਮੇਰੀ ਨੇਚਰ ਇਹ ਹੈ ਵੀ ਮੈਂ ਹਮੇਸ਼ਾ ਹਰ ਇੱਕ ਬੰਦੇ ਨੂੰ ਸਿੱਧੀ ਗੱਲ ਕਰਦਾ। ਦੇਖੋ ਸੁਨੀਲ ਜੀ, ਜਦੋਂ ਕਿਸੇ ਚੀਜ਼ ਦੇ ਵਿੱਚ ਪੋਲਿਟਿਕਸ ਆ ਜਾਂਦੀ ਹੈ ਜੀ ਪੋਲੀਟੀਕਲ ਸਿਸਟਮ ਆ ਜਾਂਦਾ ਹੈ ਜਾਂ ਪੋਲੀਟੀਕਲ ਪਾਰਟੀਆਂ ਕੰਮ ਕਰਨ ਲੱਗ ਪੈਂਦੀਆਂ ਨੇ ਤਾਂ ਫਿਰ ਉੱਥੇ ਯੂਨਿਟੀ ਖਤਮ ਹੋ ਜਾਂਦੀ ਹੈ। ਉੱਥੇ ਫਿਰ ਪੋਲਿਟਿਕਸ ਚੱਲਣ ਲੱਗ ਪੈਂਦੀ ਹੈ। ਫਿਰ ਉੱਥੇ ਰਿਮੋਟ ਕੰਟਰੋਲ ਜਿਹੜੇ ਕੈਂਡੀਡੇਟਸ ਹੁੰਦੇ ਨੇ ਉਹਨਾਂ ਦੇ ਹੱਥ ਨਹੀਂ ਰਹਿੰਦੇ, ਉਹ ਫਿਰ ਉਹਨਾਂ ਦੇ ਜਿਹੜੇ ਪਿੱਛੇ ਮਾਸਟਰਸ ਹੁੰਦੇ ਨੇ ਉਹ ਚਲਾਉਂਦੇ ਨੇ ਜੀ। ਤੇ ਫਿਰ ਜਿੱਥੇ ਜਿੱਦਾਂ ਉਹਨਾਂ ਨੂੰ ਜੱਚਦਾ ਹੈ ਉਹੋ ਜਿਹੀ ਉਹ ਗੱਲ ਚਲਾਉਂਦੇ ਨੇ ਜੀ। ਸੋ ਇਸ ਕਰਕੇ ਅਨਯੂਨਾਈਟਿਡ ਹੋਣ ਦੇ ਵਿੱਚ ਸਾਰੀ ਸਿਸਟਮ ਦੀ ਜਿਹੜੀ ਪ੍ਰੋਬਲਮ ਹੈ ਇਹ ਸਾਡੇ ਜਿਹੜੇ ਤੇ ਪੋਲਿਟਿਕਸ ਵੱਧ ਗਈ ਹੈ ਉਸ ਕਰਕੇ ਹੋਇਆ ਜੀ। ਸਰ ਮੇਰਾ ਇੱਕ ਕੁਐਸਚਨ ਇਹ ਹੈ ਕਿ ਤੁਸੀਂ ਇਸ ਵਾਰੀ ਸੈਕਟਰੀ ਰਹੇ ਤੇ ਹੁਣ ਤੁਸੀਂ ਜਨਰਲ ਸੈਕਟਰੀ ਦੀ ਪੋਸਟ ਲਈ ਕੰਟੈਸਟ ਕਰ ਰਹੇ ਹੋ। ਸੈਕਟਰੀ ਦੀ ਪੋਸਟ ਤੇ ਤੁਸੀਂ ਸੈਟੀਸਫਾਈਡ ਨਹੀਂ ਸੀ ਜਿਹੜਾ ਜਨਰਲ ਸੈਕਟਰੀ ਤੇ ਆ ਗਏ? ਸਰ ਜੀ ਮੈਂ ਸੈਕਟਰੀ ਦੀ ਪੋਸਟ ਆਪਣੀ ਬੜੇ ਦਿਲ ਨਾਲ ਨਿਭਾਈ ਜੀ ਔਰ ਜੋ ਉਸ ਪੋਸਟ 'ਚ ਮੈਂ ਕਰ ਸਕਦਾ ਸੀ, ਜੋ ਮੈਂਬਰ ਸਾਹਿਬਾਨ ਲਈ ਜਿੰਨਾ ਵੀ ਮੈਂ ਕਰਕੇ ਦਿਖਾਇਆ ਤਾਂ ਮੈਨੂੰ ਆਪਣੇ ਦਿਲ ਦਾ ਸਕੂਨ ਹੈ ਔਰ ਮੈਂ ਆਪਣੀ ਬਿਲਕੁਲ ਵਾਈਟ ਕਾਲਰ ਮੇਨਟੇਨ ਕਰਕੇ ਇੱਕ ਗੱਲ ਦੱਸ ਸਕਦਾ ਵੀ ਮੈਂ ਆਪਣੀ ਪੋਸਟ ਨੂੰ ਪੂਰਾ 100% ਸੈਟੀਸਫਾਈ ਤਰੀਕੇ ਨਾਲ ਨਿਭਾਇਆ। ਲੇਕਿਨ
ਇਸ ਟਾਈਮ ਮੇਰੀ ਟੀਮ ਨੂੰ, ਮੇਰੀ ਪਾਰਟੀ ਨੂੰ ਡਿਮਾਂਡ ਸੀ, ਉਹਨਾਂ ਦੀ ਰਿਕੁਆਇਰਮੈਂਟ ਸੀ ਬਈ ਤੁਸੀਂ ਇਹ ਜਨਰਲ ਸੈਕਟਰੀ ਦੀ ਪੋਸਟ 'ਤੇ ਆ ਕੇ ਔਰ ਜਿਹੜਾ ਮੇਰਾ ਉਹਨਾਂ ਨੂੰ ਜੋ ਮੈਨੂੰ ਚੰਗਾ ਲੱਗਿਆ, ਉਹਨਾਂ ਨੇ ਮੈਨੂੰ ਇਸ ਚੀਜ਼ ਦਾ ਆਦੇਸ਼ ਦਿੱਤਾ ਹੈ ਵੀ ਤੁਸੀਂ ਐਤਕੀ ਜਨਰਲ ਸੈਕਟਰੀ ਲਈ ਪਲੀਜ਼ ਕੰਟੈਸਟ ਹੋ। ਸਰ ਇੱਥੇ ਕੁਐਸਚਨ ਇਹ ਹੈ, ਸੁਣਿਆ ਸਾਨੂੰ ਕਿਹਾ ਜਾਂਦਾ ਹੈ ਕਿ ਦੱਸਿਆ ਇਹ ਗਿਆ ਕਿ ਸ਼ਾਇਦ ਤੁਸੀਂ ਫੌਜੀ ਹੋ, ਤੁਸੀਂ ਫੌਜੀ ਵੀ ਹੋ, ਤੁਸੀਂ ਐਕਸਪੋਰਟਰ ਵੀ ਹੋ, ਉਸ ਤੋਂ ਬਾਅਦ ਹੁਣ ਤੁਸੀਂ ਐਸੋਸੀਏਸ਼ਨ 'ਚ ਸਰ ਹਰ ਜਗ੍ਹਾ 'ਤੇ ਲੱਕੀ ਜੀ। ਦੇਖੋ ਗੱਲ ਸੁਣੋ, ਹਰ ਚੀਜ਼ ਇੱਕ ਇਨਸਾਨ ਦੇ ਵਿੱਚ ਚਾਰ ਚੀਜ਼ਾਂ ਨਹੀਂ ਹੋ ਸਕਦੀਆਂ ਜੀ। ਤੁਸੀਂ ਦੱਸੋ, ਜੇ ਮੈਂ ਦੇਸ਼ ਦੀ ਸੇਵਾ ਵੀ ਕੀਤੀ ਹੈ ਤੇ ਜੇ ਮੈਂ ਅੱਜ ਇੰਡਸਟਰੀ ਵੀ ਚਲਾ ਰਿਹਾ, ਇੰਡਸਟਰੀ ਦੇ ਵਿੱਚ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਵੀ ਆਪਣੀ ਕੰਟਰੀ ਦਾ ਨਾਮ ਰੌਸ਼ਨ ਕਰਨ ਦੀ ਕੋਸ਼ਿਸ਼ ਕਰਦਾ, ਜੇ ਮੈਂ ਐਕਸਪੋਰਟ ਵੀ ਕਰਦਾ ਤੇ ਜੇ ਮੈਂ ਆਪਣੀ ਕੰਟਰੀ ਦੀ ਕੁਝ ਕੰਟਰੀਬਿਊਟ ਕਰਕੇ ਕੁਝ ਡਾਲਰਸ ਲਿਆ ਨਾ, ਤੇ ਜੇ ਮੈਂ ਕੁਝ ਆਪਣੀ ਮਿਹਨਤ ਕਰਕੇ ਗਰੋ ਕਰਦਾ ਪਿਆ ਔਰ ਇੰਪਲੋਇਮੈਂਟ ਵੀ ਦੇ ਰਿਹਾ, ਤਾਂ ਮੇਰੇ ਖਿਆਲ ਤੁਹਾਨੂੰ ਸਭ ਨੂੰ ਦੀ ਖੁਸ਼ੀ ਹੋਣੀ ਚਾਹੀਦੀ ਹੈ। ਤੇ ਜੇ ਮੈਂ ਅੱਜ ਸੇਵਾ ਕਰਨੀ ਚਾਹੁੰਦਾ, ਜਿਹੜਾ ਕਿ ਮੇਰੇ ਦਿਲ ਦੇ ਵਿੱਚ ਹਮੇਸ਼ਾ ਜਜ਼ਬਾ ਰਿਹਾ ਹੈ, ਜਿਹੜਾ ਮੇਰੇ ਬਲੱਡ ਵਿੱਚ ਹੀ ਹੈ, ਮੈਂ ਉਹ ਸੇਵਾ ਕਰਨ ਲਈ ਜੇ ਐਸੋਸੀਏਸ਼ਨ ਜਿਹੜੀ ਯੂਨਾਈਟਿਡ ਸਾਈਕਲ ਪਾਰਟ ਮੈਨੂਫੈਕਚਰਿੰਗ ਐਸੋਸੀਏਸ਼ਨ, ਜਿਹੜੀ ਸਾਡੇ ਲੁਧਿਆਣੇ ਦੀ, ਜਿਹੜੀ ਹਿੰਦੁਸਤਾਨ ਦੀ, ਜਿਹੜੀ ਦੁਨੀਆ ਦੀ ਸ਼ਾਨ ਹੈ, ਜਿਹਨੂੰ ਆਪਾਂ ਏਸ਼ੀਆ ਦੀ ਲਾਰਜੈਸਟ ਸਿੰਗਲ ਬੋਡੀ ਐਸੋਸੀਏਸ਼ਨ ਕਹਿੰਦੇ ਆ, ਮੈਂ ਸੇਵਾ ਕਰਨਾ ਚਾਹੁੰਦਾ, ਤਾਂ ਮੇਰੇ ਖਿਆਲ ਇਹਦੇ ਵਿੱਚ ਕੋਈ ਵੀ ਮੈਂ ਗੁਨਾਹ ਜਾਂ ਖਰਾਬੀ ਨਹੀਂ ਕਰ ਰਿਹਾ। ਓਕੇ ਸਰ, ਮੈਂ ਇੱਥੇ ਪੁੱਛਣਾ ਚਾਹਾਂਗਾ ਕਿ ਤੁਹਾਡੇ ਟੀਮ ਦਾ ਲੀਡ ਕਰ ਰਹੇ ਇਸ ਵਾਰੀ ਚਾਵਲਾ ਸਾਹਿਬ, ਡੀਐਸ ਚਾਵਲਾ ਸਾਹਿਬ, ਔਰ ਉਹਨਾਂ 'ਤੇ ਆਰੋਪ ਹਮੇਸ਼ਾ ਤੋਂ ਇਹ ਲੱਗਦੇ ਰਹੇ ਹੈ, ਜਿੱਥੇ ਉਹ 5ਵੀਂ ਵਾਰ ਕੰਟੈਸਟ ਕਰ ਰਹੇ, ਕਿ ਉਹ ਇੰਨੇ ਕੁ ਮਹੱਤਵਕਾਂਸ਼ੀ ਹੈ ਕਿ ਇੱਕ ਤਾਂ ਉਹ ਹਰ ਵਾਰੀ ਖੁਦ ਹੀ ਪ੍ਰਧਾਨ ਬਣਨਾ ਚਾਹੁੰਦੇ ਹੈ, ਦੂਜਾ ਉਹ ਇੰਨੇ ਕੁ ਮਹੱਤਵਕਾਂਸ਼ੀ ਹੈ ਕਿ ਜਦੋਂ ਵੀ ਟੀਮ ਦੇ ਵਿੱਚ ਆਉਂਦੇ ਆ ਲੜਾਈ ਕਰ ਬੈਠਦੇ ਆ, ਕੰਮ ਹੁੰਦਾ ਨਹੀਂ, ਉਹ ਸਿੰਗਲ ਮੈਨ ਡਿਕਟੇਟਰਸ਼ਿਪ ਚਲਾਉਣਾ ਚਾਹੁੰਦੇ ਆ। ਤੁਸੀਂ ਵੀ ਪਿਛਲੀ ਟਰਮ 'ਚ ਉਹਨਾਂ ਦੇ ਨਾਲ ਰਹੇ ਹੋ, ਸੋ ਤੁਹਾਨੂੰ ਇੱਦਾਂ ਦੀ ਪ੍ਰੋਬਲਮ ਨਹੀਂ ਆਈ ਜਾਂ ਤੁਹਾਡੀ ਉਹਨਾਂ ਨਾਲ ਕੋਈ ਸਾਂਝ ਹੈ? ਵੀਰ ਜੀ, ਮੈਂ ਲਾਸਟ ਟਾਈਮ ਮੈਨੂੰ ਪਹਿਲੀ ਵਾਰੀ ਸੇਵਾ ਦਾ ਮੌਕਾ ਮਿਲਿਆ, ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਵੀ ਮੈਂ ਇੱਕ ਵਾਰੀਅਰ ਵੀ ਹਾਂ, ਮੈਂ ਇੱਕ ਇੰਡਸਟਰੀਸਟ ਵੀ ਹਾਂ, ਔਰ ਮੈਂ ਉਹਦੇ ਇਸ ਸੇਵਾ ਦਾ ਭਾਗੀਦਾਰੀ ਬਣਨਾ ਚਾਹੁੰਦਾ ਸੀ, ਜਿਹੜਾ ਕਿ ਮੈਨੂੰ ਤੁਹਾਡੇ ਸਭ ਵੀਰਾਂ ਨੇ ਮੌਕਾ ਦੇ ਕੇ, ਮੇਰੇ ਮੈਂਬਰ ਸਾਹਿਬਾਨ ਨੇ ਮੈਨੂੰ ਸੈਕਟਰੀ ਦੀ ਪੋਸਟ 'ਤੇ ਲਾਸਟ ਟਾਈਮ ਬੜੀ ਅੱਛੀ ਜਿੱਤ ਨਾਲ ਬਣਾਇਆ ਗਿਆ ਸੀ। ਵੀਰ ਜੀ, ਇਸ ਤਰ੍ਹਾਂ ਹੈ, ਚਾਵਲਾ ਜੀ, ਡੀਐਸ ਚਾਵਲਾ ਜੀ, ਜਿਹੜੇ ਸਾਡੇ 4 ਵਾਰੀ ਪਹਿਲੇ ਪ੍ਰਧਾਨ ਰਹਿ ਚੁੱਕੇ ਨੇ ਜੀ, ਔਰ 5ਵੀਂ ਵਾਰੀ ਕੰਟੈਸਟ ਕਰ ਰਹੇ। ਮੇਰੀ ਉਹਨਾਂ ਨਾਲ ਕੋਈ ਸਾਂਝਗਾਠ ਨਹੀਂ ਜੀ, ਨਾ ਹੀ ਮੈਂ ਉਹਨਾਂ ਨਾਲ ਕੁਝ ਲੈਣਾ ਨਾ ਕੋਈ ਦੇਣਾ। ਮੈਂ ਇੱਕ ਸੱਚਾਈ ਨਾਲ ਚੱਲਦਾ ਜੀ, ਮੇਰਾ ਇੱਕ ਸਿੱਧਾ ਡਿਸਿਪਲਿਨ ਔਰ ਪ੍ਰਿੰਸੀਪਲ ਆਫ ਲਾਈਫ ਹੈ। ਮੈਂ ਜ਼ਿੰਦਗੀ ਦੇ ਵਿੱਚ ਕਿਸੇ ਦੇ ਦਬਾਅ ਦੇ ਨੀਚੇ ਨਹੀਂ ਆਉਂਦਾ ਜੀ, ਕਿਉਂਕਿ ਮੈਂ ਨਾ ਦਬਾਅ ਦੇ ਵਿੱਚ ਆਵਾਂਗਾ, ਨਾ ਮੈਂ ਕਦੀ ਆਇਆ ਸੀ, ਨਾ ਆਊਂਗਾ। ਮੈਂ ਇਸ ਚੀਜ਼ ਦਾ ਵਚਨ ਦੇਣਾ, ਨਾ ਹੀ ਮੈਨੂੰ ਇੱਦਾਂ ਦਾ ਕੋਈ ਦੁਨੀਆ ਦੀ ਤਾਕਤ ਹੈਗੀ ਹੈ ਜਿਹੜੀ ਮੈਨੂੰ ਪ੍ਰੈਸ਼ਰ ਪਾ ਕੇ ਬਿਠਾ ਸਕੇ। ਸੈਕੰਡਲੀ, ਜਿਹੜੀ ਸਰ ਤੁਸੀਂ ਗੱਲ ਪੁੱਛੀ ਜੀ, ਚਾਵਲਾ ਜੀ ਦੇ ਨਾਲ ਮੇਰੀ ਕਿੱਦਾਂ ਬਣ ਗਈ, ਮੇਰੀ ਸਰ ਚਾਵਲਾ ਜੀ ਨਾਲ ਕਿਸ ਤਰ੍ਹਾਂ ਬਣ ਗਈ, ਕਿਉਂਕਿ ਮੈਂ ਜੋ ਕੰਮ ਆਪਣੀ ਸੀਟ 'ਤੇ ਬੈਠ ਕੇ ਕਰਨਾ ਚਾਹੁੰਦਾ ਸੀ, ਮੈਨੂੰ ਉਹਨਾਂ ਨੇ ਕੋਈ ਰੋਕਿਆ ਨਹੀਂ, ਉਹਨਾਂ ਨੇ ਈਵਨ ਕਿਸੇ ਨੂੰ ਵੀ ਨਹੀਂ ਰੋਕਿਆ। ਮੈਂ ਤਾਂ ਤੁਹਾਨੂੰ ਪਹਿਲੇ ਇੱਕ ਗੱਲ ਦਾ ਜਵਾਬ ਦੇਤਾ ਜੀ, ਤੁਹਾਡੇ ਪਹਿਲੇ ਕੁਐਸਚਨ ਦੇ ਵਿੱਚ ਹੀ ਮੇਰੇ ਸਾਰੇ ਆਨਸਰ ਨੇ। ਜਦੋਂ ਸਾਡੀ ਸੰਸਥਾ ਦੇ ਵਿੱਚ ਪੋਲਿਟਿਕਸ ਵੜ ਗਈ, ਜਦੋਂ ਸਾਡੀ ਸੰਸਥਾ ਦੇ ਵਿੱਚ ਪੋਲਿਟਿਕਸ ਸਿਸਟਮ ਬਣ ਗਿਆ, ਜਿਨ੍ਹਾਂ ਲੋਕਾਂ ਨੇ ਕੋਸ਼ਿਸ਼ ਕੀਤੀ ਬਈ ਅਸੀਂ ਇਹ ਚਾਵਲਾ ਜੀ ਨੂੰ ਆਪਣੇ ਹਿਸਾਬ ਨਾਲ ਪਪਿਟਸ ਵਾਂਗ ਨਚਾਈਏ, ਜਿਹੜਾ ਕਿ ਉਹ ਨਹੀਂ ਨੱਚਦੇ, ਤੇ ਉਹ ਬਹੁਤ ਜ਼ਿਆਦਾ ਇਮਾਨਦਾਰ ਔਰ ਸੇਵਾ ਭਾਵਨਾ ਕਰਨ ਵਾਲੇ ਬੰਦੇ ਨੇ। ਉਹਨਾਂ ਨੇ ਰਾਤ ਨੂੰ ਤੁਸੀਂ 12 ਵਜੇ ਵੀ ਫੋਨ ਕਰ ਦਿਓ, ਕੋਈ ਸਿੰਪਲ, ਮੈਂ ਨਹੀਂ ਕਹਿੰਦਾ ਜੀ ਮੈਂਬਰ ਕੋਈ ਸਪੈਸ਼ਲ ਹੁੰਦਾ, ਸਾਡੇ ਲਈ ਸਾਰੇ ਮੈਂਬਰ ਸਪੈਸ਼ਲ ਹੋ। 12 ਵਜੇ ਵੀ ਰਾਤ ਨੂੰ ਫੋਨ ਕਰਦੇ ਨੇ, ਉਹਨਾਂ ਨੇ ਰਾਤ ਨੂੰ 12 ਵਜੇ ਵੀ ਫੋਨ ਕੀਤੇ, ਕੰਮ ਕੀਤੇ ਨੇ। ਮੈਨੂੰ ਇਹ ਸਿੱਖਿਆ ਬਹੁਤ ਚੰਗੀ ਲੱਗੀ, ਕਿਉਂਕਿ ਮੈਨੂੰ ਆਪਣੇ ਮੈਂਬਰ ਸਾਹਿਬਾਨ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਮੈਂ ਵੀ ਰਾਤ ਨੂੰ ਉੱਠ ਕੇ ਮੈਂਬਰਾਂ ਦੇ ਕੰਮ ਕੀਤੇ ਜੀ। ਫੋਰ ਐਗਜ਼ਾਮਪਲ, ਜਿਵੇਂ ਤੁਹਾਨੂੰ ਪਤਾ ਹੈ, ਲੋਕਡਾਊਨ ਤੋਂ ਬਾਅਦ ਜਦੋਂ ਇੰਡਸਟਰੀ ਨੂੰ ਪਰਮਿਸ਼ਨ ਮਿਲੀ ਸੀ ਜੀ, ਤਾਂ ਉਹਦੇ ਲਈ ਪਾਸਿਸ ਬਣਵਾ ਕੇ ਦੇਣੇ ਪੈਂਦੇ ਸੀਗੇ ਬਈ ਅਸੀਂ ਜੀ ਲੇਬਰ ਦੇ ਪਾਸਿਸ ਬਣਵਾਉਣੇ ਜਿਹੜੇ ਆਣ, ਅਸੀਂ ਘਰ 'ਚ ਬੈਠ ਕੇ ਰਾਤ ਨੂੰ ਉਹਨਾਂ ਲੋਕਾਂ ਦੇ ਕੰਮ ਕਰਾਏ ਜੀ। ਈਵਨ ਜਿਹੜੇ ਜਾ ਕੇ ਫੈਕਟਰੀਆਂ ਜਾਣਾ ਚਾਹੁੰਦੇ ਸੀ, ਉਹ ਪੁਲਿਸ ਦੇ ਕੁਝ ਪਾਸਿਸ ਬੰਦੇ ਸੀ, ਪ੍ਰਸ਼ਾਸਨ ਨੇ ਸਾਨੂੰ ਉਸ ਚੀਜ਼ ਦਾ OTP ਦੇਤਾ ਸੀ, ਸਾਡੇ 'ਤੇ ਵਿਸ਼ਵਾਸ ਕਰਕੇ ਅਸੀਂ ਸਾਰੇ ਮੈਂਬਰ ਸਾਹਿਬਾਨ ਦੇ ਪਾਸਿਸ ਬਣਵਾਏ। 12 ਤੋਂ 14 ਹਜ਼ਾਰ ਟੋਟਲ ਲੋਕਾਂ ਦੇ ਪਾਸਿਸ ਮੈਂ
ਕੱਲੇ ਨੇ ਨਹੀਂ ਜੀ, ਚਾਵਲਾ ਸਾਹਿਬ, ਮੈਂ ਤੇ ਸਾਡੀ ਟੀਮ ਨੇ ਬੈਠ ਕੇ, ਜਿਹੜੇ ਸਾਡੇ ਨਾਲ ਸਹਿਯੋਗ ਕਰ ਰਹੇ ਸੀ ਮੇਰੇ ਆਫਿਸ ਦੇ ਬੰਦੇ, ਅਸੀਂ ਬੈਠ ਕੇ ਬਣਵਾਈ ਜੀ। ਸਰ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਖੁਦ ਇੱਕ ਐਕਸਪੋਰਟਰ ਹੋ ਜੀ ਔਰ ਕਾਫੀ ਵੋਲਿਊਮ ਵਾਈਜ਼ ਐਕਸਪੋਰਟਰ ਹੋ, ਸੋ ਇਹ ਦੱਸੋ ਕਿ ਤੁਸੀਂ ਇੱਕ ਛੋਟੇ ਮਾਈਕਰੋ ਲੈਵਲ ਦੇ ਜਿਹੜਾ ਇੱਕ ਮੈਂਬਰ ਹੈ ਉਹਦੀ ਕਿੱਦਾਂ ਸਮਝ ਪਾਓਗੇ, ਕਿਉਂਕਿ ਤੁਹਾਨੂੰ ਖੁਦ ਇੱਕ ਵੋਲਿਊਮ ਤੇ ਬਿਜ਼ਨਸ ਕਰਨ ਦੀ ਆਦਤ ਪਈ ਹੈ ਔਰ ਜਿਹੜਾ ਵੱਡੇ ਪੇਸ ਤੇ ਚੱਲ ਰਿਹਾ ਹੋਵੇ ਉਹ ਬੰਦਾ ਛੋਟੇ ਆਦਮੀ ਦੀ ਗੱਲ ਕਿੱਦਾਂ ਸਮਝ ਪਾਏਗਾ? ਸਰ ਮੈਂ ਤੁਹਾਨੂੰ ਇੱਕ ਬੜੀ ਸਪਸ਼ਟ ਗੱਲ ਦੱਸਦਾ ਔਰ ਮੈਨੂੰ ਫਖਰ ਮਹਿਸੂਸ ਹੋਏਗਾ ਦੱਸ ਕੇ ਵੀ ਮੈਂ ਜਦੋਂ ਕਾਰਖਾਨਾ ਲਗਾਇਆ ਸੀ ਉਦੋਂ ਮੇਰੇ ਕੋਲ 8 ਬੰਦੇ ਕੰਮ ਕਰਦੇ ਸੀਗੇ ਔਰ ਮੈਂ ਖੁਦ ਮਸ਼ੀਨ ਤੇ ਖੜ ਕੇ ਕੰਮ ਚਲਾਉਂਦਾ ਰਿਹਾ। ਮੈਂ ਉਹਦੇ ਵਿੱਚ ਫੋਰਜਿੰਗ ਪ੍ਰੈਸ ਵੀ ਸਿੱਖੀ, ਪਾਵਰ ਪ੍ਰੈਸ ਵੀ ਚਲਾਈ ਹੈ, ਮੈਂ ਖਰਾਦ ਵੀ ਚਲਾਉਂਦਾ ਰਿਹਾ ਔਰ ਇਸ ਚੀਜ਼ ਦਾ ਕੋਈ ਸ਼ਰਮ ਨਹੀਂ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਵੀ ਪਰਮਾਤਮਾ ਨੇ ਬਖਸ਼ਿਸ਼ ਕੀਤੀ। ਦੇਖੋ ਕਰਦ ਕਰਾਉਣ ਵਾਲੇ ਗੁਰੂ ਸਾਹਿਬ ਨੇ, ਆਪਾਂ ਸਾਰੇ ਮਿਹਨਤ ਕਰਦੇ ਹਾਂ। ਅੱਜ ਗੁਰੂ ਸਾਹਿਬ ਦੀ ਮਿਹਰ ਨਾਲ ਮੇਰੀ ਫੈਕਟਰੀ ਦੇ ਵਿੱਚ ਤਕਰੀਬਨ 400 ਤੋਂ ਉੱਪਰ ਬੰਦਾ ਕੰਮ ਕਰਦਾ ਜੀ ਔਰ ਅਸੀਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਚੇਨ, ਫਰੀਵੀਲ ਔਰ ਕੋਸਟਰ ਬ੍ਰੇਕ ਬਣਾਉਣ ਵਾਲੀ ਪਹਿਲੀ ਕੰਪਨੀ ਆ। ਮੈਨੂੰ ਇਹ ਖੁਸ਼ੀ ਹੋਏਗੀ ਜੀ ਮੇਰੇ ਸਾਰੇ ਮੈਂਬਰਸ ਤਰੱਕੀ ਕਰਨ, ਉਹਨਾਂ ਦਾ ਸੇਵਾ ਕਰਨ ਦਾ ਮੌਕਾ ਮਿਲੇ। ਮੈਨੂੰ ਆਪਣੇ ਟਾਈਮ ਕੱਢਣ ਦੀ ਗੱਲ ਇਹ ਸੀ, ਮੈਂ ਮੈਨੇਜ ਸਿਸਟਮ ਨਾਲ ਆਪਣੇ ਕੰਮ ਕਰਦਾ ਜੀ ਔਰ ਮੇਰੇ ਕੋਲ ਟਾਈਮ ਹੈ। ਮੈਂ ਆਪਣੀ ਮਾਈਕਰੋ ਇੰਡਸਟਰੀ ਦੇ ਸਾਰੇ ਮੈਂਬਰਸ ਨੂੰ ਮੈਂ ਪਹਿਲੇ ਹੀ ਕਿਹਾ, ਇਹਨਾਂ ਦੀ ਪੂਰੀ ਮਦਦ ਕਰਕੇ ਮੈਂ ਕਲਸਟਰ ਡਿਵੈਲਪ ਕਰਕੇ ਇਹਨਾਂ ਲਈ ਮੈਂ ਅੱਛੀਆਂ ਸਕੀਮ ਸਰਕਾਰ ਤੋਂ 70% ਸਰ ਅੱਜ ਉਹ ਕਹਿੰਦੇ ਫੈਸਿਲਿਟੀਆਂ ਲੈ ਲਓ ਸਾਡੇ ਤੋਂ ਕਲਸਟਰ ਬਣਾ ਕੇ, 30% ਸਟੇਟ ਗਵਰਨਮੈਂਟ ਦੇ ਆਪਣੀ ਜੇਬ 'ਚ ਪਾ ਕੇ ਟੂਲ ਐਂਡ ਡਾਈਜ਼ ਤੇ ਬਾਕੀ ਚੀਜ਼ਾਂ ਕਰਕੇ ਆਪਣੇ ਆਪ ਨੂੰ ਇਨਫਰਾਸਟ੍ਰਕਚਰ ਸਟਰੋਂਗ ਕਰਾਂਗੇ। ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਸਾਰੇ ਹੀ ਸਾਡੀ ਇੰਡਸਟਰੀ ਰੋਸ਼ਨ ਹੋਏ। ਬਾਰਿਸ਼ ਜਦੋਂ ਪਏ ਨਾ ਸਰ ਸੰਦੀਪ ਜੀ, ਸਾਰੇ ਦੇ ਘਰਾਂ 'ਚ ਬਰਾਬਰ ਪੈਣੀ ਚਾਹੀਦੀ ਹੈ ਔਰ ਪੈਂਦੀ ਆ। ਉਹ ਕੱਲੀ ਮੇਰੇ ਲਈ ਨਾ ਪਏ, ਸਾਰਾ ਸਾਡਾ ਪੰਜਾਬ, ਸਾਡਾ ਮੁਲਕ, ਸਾਡਾ ਇੰਡੀਆ, ਇਹ ਸਾਰਾ ਲੋਕ ਖੁਸ਼ ਰਹਿਣ, ਮੇਰੀ ਤਾਂ ਇਹ ਦਿਲੋਂ ਖਾਹਿਸ਼ ਹੈ ਜੀ। ਤੁਹਾਡਾ ਉਹ ਸੁਣ ਕੇ ਤਾਂ ਉਹ ਸਾਨੂੰ ਯਾਦ ਆ ਗਿਆ ਗਾਣਾ ਇੱਕ ਕਿਸੇ ਨੇ ਗਾਇਆ ਸੀ, ਸਾਰੇ ਪਾਸੇ ਸੁੱਖ ਹੋਵੇ ਕਿਸੇ ਵੀ ਨਾ ਦੁੱਖ ਹੋਵੇ। ਸਰ ਇੱਦਾਂ ਇਹੀ ਮੇਰੇ ਦਿਲ ਦੀ ਆਵਾਜ਼ ਹੈ ਜੀ। ਮੈਂ ਆਪਣੇ ਦੇਸ਼ ਭਾਰਤ ਨੂੰ ਦੁਨੀਆ ਦੇ ਸਭ ਤੋਂ ਸੁਨਹਿਰੀ ਅਕਸ਼ਰਾਂ 'ਚ ਦੇਖਣਾ ਚਾਹੁੰਦਾ। ਸਾਡੀ ਕੰਟਰੀ ਦਾ ਨਾਮ ਕਿਉਂ ਨਾ ਅਮਰੀਕਾ ਤੋਂ ਉੱਪਰ ਦਿੱਤਾ ਜਾਏ, ਕਿਉਂ ਅਸੀਂ ਚਾਈਨਾ ਦੇ ਨੀਚੇ ਕਹੀਏ, ਕਿਉਂ ਅਸੀਂ ਕਹੀਏ ਅਸੀਂ 2 ਨੰਬਰ ਤੇ ਹਾਂ। ਸਰ ਇੱਕ ਆਖਰੀ ਕੁਐਸਚਨ ਇਹ ਹੈਗਾ ਕਿ ਤੁਸੀਂ ਬਹੁਤ ਸਾਰੇ ਬੰਦੇ ਇਕੱਠੇ ਹੈਗੇ ਹੋ, ਪਰ ਇਸ ਪੂਰੀ ਐਸੋਸੀਏਸ਼ਨ ਦੇ ਵਿੱਚ ਜਿਹੜੇ ਮਾਈਕਰੋ ਲੈਵਲ ਦੇ ਜਿਹੜੇ ਮੇਜਰ ਲੋਕ ਹੈਗੇ ਆ ਉਹ ਸਾਰੇ ਰਾਮਗੜੀਆ ਬਰਾਦਰੀ ਨੂੰ ਬਿਲੋਂਗ ਕਰਦੇ ਆ ਔਰ ਰਾਮਗੜੀਆ ਬਰਾਦਰੀ ਸਾਰੀ ਇਕਜੁੱਟ ਹੈਗੀ ਹੈ। ਇਹਦੇ ਵਿੱਚ ਉਹ ਆਪੋਜੀਸ਼ਨ ਦੇ ਕਈ ਲੀਡਰ ਵੀ ਰਾਮਗੜੀਆ ਬਰਾਦਰੀ ਤੋਂ ਹੈ। ਸੋ ਤੁਸੀਂ ਕਿੱਦਾਂ ਕੰਟੈਸਟ ਜਿੱਤ ਵੀ ਪਾਓਗੇ ਤੁਹਾਨੂੰ ਲੱਗਦਾ? ਸਰ ਸੰਦੀਪ ਜੀ, ਮੇਰੀ ਐਸੋਸੀਏਸ਼ਨ ਦਾ ਨਾਮ ਹੈਗਾ ਯੂਨਾਈਟਿਡ ਸਾਈਕਲ ਪਾਰਟ ਮੈਨੂਫੈਕਚਰਿੰਗ ਐਂਡ ਪਾਰਟਸ ਐਸੋਸੀਏਸ਼ਨ। ਉਹ ਐਸੋਸੀਏਸ਼ਨ ਦਾ ਨਾਮ ਰਾਮਗੜੀਆ ਐਸੋਸੀਏਸ਼ਨ ਨਹੀਂ ਹੈ। ਸਭ ਤੋਂ ਪਹਿਲੇ ਤਾਂ ਇਹ ਵਾਲੀ ਚੀਜ਼ ਜਿਹੜੀ ਕਮਿਊਨਿਟੀ ਇੱਕ ਅਲੱਗ ਦੀ ਆਪਾਂ ਗੱਲ ਕਰਦੇ ਹਾਂ, ਜੇ ਦੂਜੀ ਟੀਮ ਸਾਰੀ ਇੱਕ ਕਮਿਊਨਿਟੀ ਨਾਲ ਚੱਲ ਰਹੀ ਹੈ, ਮੈਂ ਉਹਨਾਂ ਨੂੰ ਇਹ ਨਹੀਂ ਕਹਿ ਸਕਦਾ ਤੁਸੀਂ ਕਿਉਂ ਰੱਖੇ ਹੋਏ ਨੇ। ਅਸੀਂ ਇਸ ਯੂਨਾਈਟਿਡ ਟੀਮ ਦੀ ਗੱਲ ਕਰ ਰਹੇ ਹਾਂ। ਸਾਰੇ ਮੈਂਬਰ ਸਾਹਿਬਾਨ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਉਹ ਚਾਹੇ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ, ਉਹ ਚਾਹੇ ਸਾਡੇ ਰਾਮਗੜੀਆ ਬ੍ਰਦਰਸ ਨੇ, ਚਾਹੇ ਉਹ ਸਾਡੇ ਖੱਤਰੀ ਬ੍ਰਦਰ ਨੇ, ਚਾਹੇ ਅਰੋੜਾ ਬ੍ਰਦਰ ਨੇ, ਜੱਟ ਨੇ, ਬਾਨੀਆ ਜੀ ਨੇ ਜਾਂ ਕੋਈ ਵੀ ਨੇ, ਜੈਨ ਨੇ, ਜਿੰਨੇ ਵੀ ਅਲੱਗ-ਅਲੱਗ ਦੇ ਨੇ, ਮੈਂ ਇਹ ਕਹਿਣਾ ਆਪਾਂ ਯੂਨਾਈਟਿਡ ਹਾਂ। ਆਪਾਂ ਪਹਿਲੇ ਇੰਡਸਟਰੀ ਨੂੰ ਬਿਲੋਂਗ ਕਰਦੇ ਹਾਂ। ਆਪਣੀ ਸੰਸਥਾ ਨਾਮ ਯੂਨਾਈਟਿਡ ਸਾਈਕਲ ਪਾਰਟਸ ਹੈ। ਇਸ ਕਰਕੇ ਕਿਰਪਾ ਕਰਕੇ ਇਹ ਆਪਾਂ ਕਮਿਊਨਿਟੀ ਵਾਲੇ ਉਹ ਕੰਮ ਨਾ ਕਰੀਏ, ਸਾਰੇ ਰਲ ਕੇ ਆਪਾਂ ਉਹ ਕੰਮ ਕਰੀਏ ਵੀ ਜਿਹਦੇ ਵਿੱਚ ਇਹ ਕਮਿਊਨਿਟੀ ਨਾ ਆਏ, ਉਹਦੇ ਵਿੱਚ ਇਹੋ ਜਿਹੀ ਟੀਮ ਲੈ ਕੇ ਆਈਏ ਵੀ ਜਿਹੜੀ ਤੁਹਾਡੇ ਕੰਮ ਕਰੇ, ਨਾ ਕਿ ਇੱਕ ਕਮਿਊਨਿਟੀ ਨੂੰ ਆਪਾਂ ਖਿੱਚੀਏ। ਇਹ ਮੇਰੀ ਰਿਕੁਐਸਟ ਸਾਰੇ ਮੈਂਬਰ ਸਾਹਿਬ ਨੂੰ ਹੈ। ਠੀਕ ਹੈ ਸਰ, ਕੁਝ ਕਹਿਣਾ ਚਾਹੋਗੇ ਹੁਣ ਮੈਂਬਰਾਂ ਨੂੰ? ਆਖਰੀ ਮੈਂਬਰਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਜੀ, ਕਿਰਪਾ ਕਰਕੇ ਤੁਸੀਂ ਤੁਹਾਡੇ ਹੱਥ ਵੋਟ ਹੈ ਜੀ। 3 ਤਰੀਕ ਨੂੰ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣੇ ਆਈਡੀ ਕਾਰਡ ਲੈ ਕੇ ਵੋਟ ਪਾਓ ਔਰ ਤੁਸੀਂ ਬਿਲਕੁਲ ਯੂਜ਼ ਆਪਣਾ ਬ੍ਰੇਨ ਕਰੋ ਜੀ, ਆਪਣਾ ਦਿਮਾਗ ਯੂਜ਼ ਕਰੋ। ਕਿਸੇ ਦੇ ਪ੍ਰੈਸ਼ਰ ਨਾ ਹੋ, ਨਾ ਮੇਰੇ ਨਾ ਸਾਹਮਣੇ ਵਾਲੇ ਦੇ, ਨਾ ਇੱਧਰ ਦੇ ਨਾ ਉੱਧਰ ਦੇ। ਵੋਟਿੰਗ ਦੇਖੋ ਜੀ, ਸੀਕ੍ਰੇਟ ਬੈਲਟ ਸਿਸਟਮ ਹੈ। ਹਾਂ ਮੈਂ ਮੰਨਦਾ ਜੀ, ਮੂੰਹ ਲਿਆ ਜੀ ਤੁਹਾਡੇ ਕੋਲ ਮੈਂ ਆਨਾ ਇਹ ਆਉਂਦੇ ਨੇ, ਲੇਕਿਨ ਤੁਸੀਂ ਵੋਟ ਉਹ ਪਾਓ ਜਿੱਥੇ ਤੁਹਾਨੂੰ ਅੱਛਾ ਲੱਗੇ। ਅਸੀਂ ਤੁਹਾਡੀ ਸੇਵਾ ਲਈ ਹਮੇਸ਼ਾ ਖੜੇ ਹਾਂ। ਇਸ ਚੀਜ਼ ਦਾ ਹਰਸਿਮਰਜੀਤ ਸਿੰਘ ਲੱਕੀ ਤੁਹਾਨੂੰ ਵਚਨ ਦਿੰਦਾ। ਥੈਂਕ ਯੂ ਸਰ। ਧੰਨਵਾਦ। ਸੋ ਦੋਸਤੋ ਇਹ ਸੀਗੇ ਹਰਸਿਮਰਤ ਸਿੰਘ ਲੱਕੀ ਜੀ, ਜਿਹੜੇ ਕਿ ਯੂਨਾਈਟਿਡ ਫਰੰਟ ਵੱਲੋਂ ਜਨਰਲ ਸੈਕਟਰੀ ਲਈ ਕੰਟੈਸਟ ਕਰ ਰਹੇ ਹੈ। ਇਹਨਾਂ ਨੇ ਆਪਣਾ ਇੱਕ ਵਿਜ਼ਨ ਸਾਂਝਾ ਕੀਤਾ। ਇਹਨਾਂ ਨੇ ਕਲੀਅਰ ਕੱਟ ਕਿਹਾ ਕਿ ਅਸੀਂ ਜੋ ਵੀ ਮੈਂਬਰਾਂ ਨੂੰ ਇੱਕ ਅਪੀਲ ਇਹਨਾਂ ਨੇ ਬੜੀ ਅੱਛੀ ਕੀਤੀ ਕਿ ਜੋ ਵੀ ਵੋਟ ਕਰੋ ਪੂਰੀ ਇੰਡਸਟਰੀ ਨੂੰ ਸੋਚ ਕੇ ਕਰੋ, ਕਿਸੇ ਕਮਿਊਨਿਟੀ ਨੂੰ ਸੋਚ ਕੇ ਨਾ ਕਰੋ। ਔਰ ਇਹਨਾਂ ਨੇ ਆਪਣੇ ਵੱਲੋਂ ਜਿਹੜਾ ਵੀ ਜੋ ਵੀ ਵਿਚਾਰ ਰੱਖੇ ਅਸੀਂ ਇੰਡਸਟਰੀ ਜਿਹੜੇ ਮੈਂਬਰ ਹੈਗੇ ਆ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
ਹੋਰ ਵੀ ਸ਼ਖਸੀਅਤਾਂ ਨਾਲ ਤੁਹਾਨੂੰ ਜ਼ਰੂਰ ਰੂਬਰੂ ਕਰਾਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ हितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।